ਆਪਣਾ ਨਾਮ ਕੀ ਹੈ ਜੀ, ਡੈਜ਼ਿਗਨੇਸ਼ਨ ਕੀ ਹੈ? ਤੁਸੀਂ ਅੱਜ ਕੁਰਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕੀ ਕਾਰਨ ਹੈ ਜੀ? ਮੇਰਾ ਜੀ ਨਾਮ ਕੁਸ਼ਲਪਾਲ ਸਿੰਘ ਮਾਨ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਨਰਲ ਸੈਕਟਰੀ ਹਾਂ। ਤੇ ਅੱਜ ਜਿਹੜੀ ਤੁਹਾਡੇ ਨਾਲ ਅੱਜ ਮੁਖਾਤਿਬ ਹੋ ਰਹੇ ਹਾਂ, ਇਹ ਜਿਹੜਾ ਕੱਲ੍ਹ ਪੰਜਾਬ ਦਾ ਚੀਫ ਮਿਨਿਸਟਰ ਔਰ ਪੰਚਾਇਤ ਡਿਵੈਲਪਮੈਂਟ ਮਿਨਿਸਟਰ ਨੇ ਝੂਠ ਦਾ ਪਲੰਦਾ ਇੱਥੇ ਖੋਲ੍ਹਿਆ ਆ ਕੇ ਔਰ ਲੋਕਾਂ ਦੀਆਂ ਜ਼ਮੀਨਾਂ 'ਤੇ ਜਿਹੜੀਆਂ ਜਾਇਜ਼ ਖਰੀਦੀਆਂ ਹੋਈਆਂ ਜ਼ਮੀਨਾਂ 'ਤੇ ਸਟੇਟ ਕਾਬਜ਼ ਹੋ ਰਹੀ ਹੈ, ਉਹ ਸਾਰਾ ਕੁਝ ਤੁਹਾਡੇ ਨਾਲ ਤੁਹਾਨੂੰ ਜਿਹੜੀ ਸੱਚਾਈ ਹੈ ਉਹ ਦੱਸਣ ਲਈ ਕੱਲ੍ਹ ਸੀਐਮ ਸਾਹਿਬ ਨੇ ਆਪ ਅੱਗੇ ਆ ਕੇ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਤੇ ਤੁਹਾਡੇ ਸਾਂਸਦ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਜੀ ਦੇ ਬੇਟੇ ਦੇ ਉੱਪਰ ਇਲਜ਼ਾਮ ਲਾਇਆ ਕਿ ਇਹਨਾਂ ਨੇ ਨਜਾਇਜ਼ ਤੌਰ ਦੇ ਉੱਪਰ ਸ਼ਾਮਲਾ ਜੋ ਜ਼ਮੀਨ ਹੈਗੀ ਹੈ 125 ਏਕੜ ਤੇ ਕਬਜ਼ਾ ਕੀਤਾ ਹੋਇਆ ਸੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ, ਸਰਦਾਰ ਇਮਾਨ ਸਿੰਘ ਮਾਨ ਦੇ ਨਾਮ ਤੇ ਇਸ ਹਲਕੇ ਦੇ ਵਿੱਚ 1.25 ਏਕੜ ਉਹਨਾਂ ਦੇ ਨਾਮ ਤੇ ਹੈ। 125 ਨਹੀਂ, 1.25 ਸਵਾ ਕਿੱਲਾ ਸਿਰਫ ਸਵਾ ਕਿੱਲਾ, ਜਿਨ੍ਹਾਂ ਨੂੰ ਇਹਨਾਂ ਨੇ 125 ਕਿੱਲਾ ਬਣਾ ਦਿੱਤਾ। 10 ਕਿੱਲੇ ਉਹਨਾਂ ਦੀ ਵਾਈਫ ਦੇ ਨਾਂ ਤੇ। ਜਿਹੜਾ ਸਵਾ ਕਿੱਲਾ ਉਹਨਾਂ ਦੇ ਨਾਮ ਤੇ ਹੈਗਾ, ਉਹ ਉਹਨਾਂ ਦੇ ਦਾਦਾ ਜੀ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਖਰੀਦਿਆ ਸੀ, ਜਿਹੜਾ ਉਹਨਾਂ ਨੂੰ ਵਿਰਾਸਤ ਵਿੱਚ ਆਇਆ। ਉਹ ਮੇਰਾ ਖਿਆਲ 80 ਦੇ ਜਾਂ 70 ਦੇ ਦਹਾਕੇ ਸਾਹਮਣੇ ਦੇਖ ਕੇ ਗੱਲ ਕਰੋ, ਠੀਕ ਹੈ ਜੀ। ਤੇ ਉਹ ਜਿਹੜਾ ਜ਼ਮੀਨਾਂ ਰਜਿਸਟਰੀਆਂ ਹੋਈਆਂ ਨੇ, ਇਹ ਸਟੇਟ ਇਹ ਕਹਿ ਰਹੀ ਹੈ ਭਈ ਜੀ ਇਹ ਲੋਕ ਕਾਬਜ਼ ਨੇ। ਕਾਬਜ਼ ਕਿਵੇਂ ਹੋ ਸਕਦੇ ਆ ਜਦੋਂ ਤੁਸੀਂ ਰਜਿਸਟਰੀ ਕਰਾ ਕੇ ਤੁਸੀਂ ਸਟੈਂਪ ਡਿਊਟੀ ਦਿੱਤੀ ਵੀ ਹੈ? ਪਹਿਲੀ ਗੱਲ ਤਾਂ ਜਿਹੜਾ ਝੂਠ ਹੈ, ਦੇਖੋ ਤੁਸੀਂ ਕੱਲ ਪੰਚਾਇਤ ਡਿਵੈਲਪਮੈਂਟ ਮਿਨਿਸਟਰ ਦਾ ਬਿਆਨ ਸੁਣੋ ਧਿਆਨ ਨਾਲ, ਰੀ ਰਿਕਾਰਡ ਕਰਕੇ। ਉਹ ਕਹਿੰਦਾ ਸਿਮਰਨਜੀਤ ਸਿੰਘ ਮਾਨ ਜਿਹੜਾ ਸਿੱਖੀ ਦੀ ਗੱਲ ਕਰਦਾ, ਸਿੱਖੀ ਦੀ ਗੱਲ ਕਰਨਾ ਜ਼ੁਲਮ ਹੈ। 1.25 ਏਕੜ ਨੂੰ 125 ਏਕੜ ਬਣਾ ਕੇ ਪੇਸ਼ ਕਰ ਦੇਣਾ, ਇਹਨਾਂ ਦੀ ਮੈਲਾਫਾਈਂਡ ਇੰਟੈਂਸ਼ਨ। ਔਰ ਜਿਹਦੇ 'ਚ ਸਟੇਟ ਦਾ ਚੀਫ ਮਿਨਿਸਟਰ ਇਸ ਝੂਠ 'ਚ ਜਿਹੜੀ ਗੱਲ ਅੱਜ ਮੈਂ ਕਹਿ ਰਿਹਾ, ਇਹ ਔਨ ਰਿਕਾਰਡ ਹੈ, ਪੇਪਰ ਰਿਕਾਰਡ ਹੈ। ਇਹ ਕੋਈ ਹਵਾ 'ਚ ਗੱਲਾਂ ਨਹੀਂ ਹੈਗੀਆਂ। 125 ਏਕੜ ਮੈਨੂੰ ਦੱਸ ਦਿਓ ਨੰਬਰ, ਅਸੀਂ ਪੋਜੈਸ਼ਨ ਦਾ ਸੂਟ ਪਾਵਾਂਗੇ ਸਟੇਟ 'ਤੇ ਵੀ ਜੇ 125 ਕਿੱਲਾ ਇਮਾਨ ਸਿੰਘ ਮਾਨ ਦੇ ਕੋਲੇ ਹੈਗਾ ਆ। ਸੋ ਇਹਨਾਂ ਨੇ ਇੱਕ ਝੂਠ ਦਾ ਪਲੰਦਾ ਬਣਾ ਕੇ ਇਹ ਸਾਰ ਸਿਮਰਨਜੀਤ ਸਿੰਘ ਮਾਨ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਕਦੀ ਦੇਖੋ ਇਹਨਾਂ ਦੀਆਂ ਆਪਦੀਆਂ ਨਾਕਾਮੀਆਂ ਨੇ, ਕਦੀ ਇਹ ਭਗਤ ਸਿੰਘ ਦਾ ਮੁੱਦਾ ਨਹੀਂ ਛੱਡਦੇ, ਕਦੀ ਹੋਰ ਕੋਈ ਮੁੱਦਾ ਲੈ ਕੇ ਬਹਿ ਜਾਂਦੇ ਨੇ, ਕਦੀ ਸਰਦਾਰ ਰੂਟ ਸਿੰਘ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ। ਸੋ ਇਹ ਇਹਨਾਂ ਦੀਆਂ ਆਪਦੀਆਂ ਨਾਕਾਮੀਆਂ ਨੇ, ਉਹਨਾਂ ਨੂੰ ਢੱਕਣ ਲਈ ਕਰਦੇ ਨੇ। ਮੈਨੂੰ ਇੱਕ ਗੱਲ ਦੱਸੋ ਤੁਸੀਂ, ਮੈਂ ਤੁਹਾਨੂੰ ਅੱਜ ਵਿਸਥਾਰ ਤੇ ਇਹ ਜਿਹੜਾ ਸਾਰਾ ਅਡੰਬਰ ਸਰਕਾਰ ਰਚ ਰਹੀ ਹੈ, ਤੁਸੀਂ 1944 ਦੀਆਂ ਜਿਹੜੀਆਂ ਜਮਾਬੰਦੀਆਂ ਨੇ ਜੀ, ਉਹਦੇ 'ਚ ਕਾਮਨ ਲੈਂਡ ਹੈ। ਹੁਣ ਪਹਿਲਾਂ ਤਾਂ ਐਸ ਪੰਡਤ ਦੀ ਮੁਕਾ ਲਈਏ, ਇਹ ਜਿੰਨੀ ਏਕੜ ਕਹਿ ਰਹੇ ਕਿੰਨੀ 250 ਕਹਿ ਰਹੇ, ਕਿੰਨੀ 228। ਇਹ ਇੱਕ ਕਾਮਨ ਖੇਵਟ ਹੈ ਜਿਹਦੇ 'ਚ ਵੰਡੀ ਨਹੀਂ ਗਈ। ਇਹ ਕਾਮਨ ਖੇਵਟ 'ਚੋਂ ਲੋਕਾਂ ਨੇ, ਪਿੰਡ ਦੀ ਆਬਾਦੀ ਹੈ 60 ਕਿੱਲੇ। ਤੁਸੀਂ ਇੱਕ ਗੱਲ ਮੈਨੂੰ ਸਮਝਾ ਦਿਓ, ਜਿਹੜੀ ਪੰਚਾਇਤ ਦੀ ਜ਼ਮੀਨ ਹੁੰਦੀ ਹੈ, ਜੇ 60 ਕਿੱਲੇ ਪਿੰਡ ਦੀ ਆਬਾਦੀ ਹੈ, ਉਹ 250 ਕਿੱਲੇ 'ਚ ਹੁੰਦੀ ਹੈ। ਸੋ ਇਹ ਪਹਿਲਾਂ ਤਾਂ ਇਹ 250 ਕਿੱਲਾ ਕਾਮਨ ਖੇਵਟ ਸੀ ਔਰ ਪਿਛਲੇ ਕਈ 100 ਸਾਲਾਂ ਤੋਂ ਇਵੇਂ ਚੱਲ ਰਹੀ ਸੀ। ਉਹਦੇ 'ਚ ਲੋਕ ਆਪਦੀ ਜ਼ਮੀਨਾਂ ਖਰੀਦਦੇ ਸੀ, ਵੇਚਦੇ ਸੀ। 1900 ਜਿੰਨੀਆਂ ਜ਼ਮੀਨਾਂ ਦੇ ਮਗਰ ਪੈ ਰਹੇ ਨੇ, ਤੁਸੀਂ ਜਿਹੜੀ ਲਾਸਟ ਜਮਾਬੰਦੀ 1944 ਵਾਲੀ ਹੈ, ਦੇਖੋ ਅੱਜ ਮੈਂ ਆਪਦੀ ਜਾਇਦਾਦ ਜੇ ਜੱਦੀ ਸਾਬਤ ਕਰਨੀ ਹੈ, ਮੈਨੂੰ 4 ਪੁਸ਼ਤਾਂ ਮਗਰ ਜਾਣਾ ਪੈਂਦਾ ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ। 1944 ਦੇ ਵਿੱਚ ਇਹ ਸਾਰੀਆਂ ਜ਼ਮੀਨਾਂ ਕਾਮਨ ਲੈਂਡ ਹੈ। ਕਾਮਨ ਲੈਂਡ ਕਿਵੇਂ ਬਣਦੀ ਹੈਗੀ ਹੈ? ਕਾਮਨ ਲੈਂਡ ਬਣਦੀ ਹੈਗੀ ਹੈ ਭਈ ਹਰ ਬੰਦਾ ਜਿਹੜਾ ਪਿੰਡ ਦਾ ਵਸਨੀਕ ਹੈ, ਉਹ ਆਪਦੀ ਜਿਹਦੇ ਕੋਲੇ 100 ਕਿੱਲਾ ਉਹ 3 ਕਿੱਲੇ ਦਊਗਾ, ਜਿਹਦੇ ਕੋਲ 5 ਕਿੱਲੇ 2 ਕਨਾਲ ਦਊਗਾ, ਇਵੇਂ ਬਣ ਕੇ ਕਾਮਨ ਲੈਂਡ ਬਣਦੀ, ਉਹਦੇ ਸਾਰੇ ਮਾਲਕ। ਸੋ ਜੇ ਤੁਸੀਂ 1944 ਦੀਆਂ ਜਮਾਬੰਦੀਆਂ ਦੇਖੋ, ਇਹ ਸਾਰਾ ਕੁਝ ਕਾਮਨ ਲੈਂਡ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਪੰਚਾਇਤੀ ਰਾਜ ਐਕਟ ਬਣਾਉਂਦੇ ਨੇ 1951 'ਚ। ਉਸ ਪੰਚਾਇਤੀ ਰਾਜ ਐਕਟ 'ਚ ਬਣਾ ਕੇ ਇਹ ਕਹਿਣ ਲੱਗੇ ਜੀ ਪੰਚਾਇਤ ਦੀ ਜ਼ਮੀਨ ਹੈ। ਤੁਸੀਂ ਇਸ ਜਿਹੜੀ ਆਹ ਜ਼ਮੀਨਾਂ ਨੇ 1951 ਤੋਂ ਅੱਜ ਤੱਕ ਲੈ ਕੇ ਇੱਕ ਥਾਂ ਤੇ ਵੀ ਦਿਖਾ ਦਿਓ ਬਈ ਇਹ ਪੰਚਾਇਤ ਦੀ ਮਾਲਕ ਹੈ। ਮਾਲਕ ਆਮ ਲੋਕ ਨੇ। ਉਹ ਲੋਕ ਕਿਸੇ ਕਿਸੇ ਨੂੰ ਪੈਸੇ ਦੀ ਲੋੜ ਪੀੜ ਪੈ ਜਾਂਦੀ ਸੀ, ਆਪਦਾ ਕਿੱਲਾ 2 ਕਿੱਲੇ ਵੇਚਦੇ ਸੀਗੇ, ਵੇਚ ਕੇ ਆਪਦਾ ਕੰਮ ਸਾਰ ਲੈਂਦੇ ਸੀ। ਆਹ ਜਿਹੜਾ ਹੁਣ ਸਟੇ ਆਰਡਰ ਆ ਗਿਆ, ਇਹਦੇ ਨਾਲ ਉਹ ਗਰੀਬਾਂ ਤੇ ਵੀ ਅਸਰ ਹੋ ਰਿਹਾ।
ਇਹ ਜਿਹੜੀ ਕਾਮਨ ਲੈਂਡ ਹੈ ਇਹਦੇ ਜੇ ਪੰਚਾਇਤ ਨੂੰ ਅੱਬਲ ਤੱਕ ਕਿਤੇ ਟ੍ਰਾਂਸਫਰ ਹੀ ਨਹੀਂ ਹੋਈ। ਜਿਹੜੀ ਦੇਖੋ ਟ੍ਰਾਂਸਫਰ ਆਫ ਪ੍ਰਾਪਰਟੀ ਹੈ ਇਹ ਹਿੰਦੁਸਤਾਨ ਦੇ ਕਾਨੂੰਨ 'ਚ ਔਰ ਇੰਟਰਨੈਸ਼ਨਲ ਕਾਨੂੰਨ ਦੇ ਵਿੱਚ ਇੱਕ ਐਕਟ ਹੈ ਜਿਹਨੂੰ ਕਹਿੰਦੇ ਨੇ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ, ਜਿਹਦੇ ਅਗੇਂਸਟ ਤੁਹਾਡੀਆਂ ਰਜਿਸਟਰੀਆਂ ਹੁੰਦੀਆਂ ਨੇ, ਜਿਹਦੇ ਤੁਹਾਡੇ ਇੰਤਕਾਲ ਹੁੰਦੇ ਨੇ। ਉਹਦਾ ਇੱਕ ਲੇ ਡਾਊਨ ਪ੍ਰੋਸੀਜਰ ਹੈ। ਜਿਸ ਥਾਂ ਦੇ ਮਾਲਕ ਪਿੰਡ ਦੇ ਲੋਕ ਨੇ ਉਦੋਂ ਬਾਅਦ ਤੁਸੀਂ ਕਾਨੂੰਨ ਬਣਾ ਕੇ ਕਹਿੰਦੇ ਹੋ ਜੀ ਇਹ ਤਾਂ ਪੰਚਾਇਤ ਦੀ ਹੈ। ਜੇ ਇਹਦਾ ਕੋਈ ਮਾਲਕ ਹੈ ਜਾਂ ਤਾਂ ਜ਼ਮੀਨ ਜਾਂ ਤਾਂ ਪਿੰਡ ਵਾਲੇ ਮਾਲਕ ਨੇ ਜਾਂ ਪੰਚਾਇਤ ਮਾਲਕ ਹੈ। ਪੰਜਾਬ ਸਰਕਾਰ ਕਿੱਥੋਂ ਆ ਗਈ? ਅੱਜ ਇੰਡੀਅਨ ਰੇਲਵੇ ਦੀਆਂ ਲਾਈਨਾਂ ਨੇ ਤਾਂ ਉਸ ਪ੍ਰਾਪਰਟੀ ਦੀ ਰੇਲਵੇ ਮਾਲਕ ਹੈ। ਸੋ ਜਿਹੜੀ ਜ਼ਮੀਨ ਦਾ ਟਾਈਟਲ ਟ੍ਰਾਂਸਫਰ ਹੋਣਾ ਹੈ ਉਹ ਇੱਕ ਲੇਡ ਡਾਊਨ ਪ੍ਰੋਸੀਜਰ ਜੋ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਵਿੱਚ ਹੈਗਾ ਉਹਦੇ ਮੁਤਾਬਕ ਟ੍ਰਾਂਸਫਰ ਹੋਣਾ। ਇਹ ਤਾਂ ਦੇਖੋ ਇਸ ਜ਼ਮੀਨ ਦੇ ਉੱਤੇ ਸਟੇ ਲੱਗਿਆ ਹੋਇਆ। ਇਸ ਜ਼ਮੀਨ ਦੇ ਉੱਤੇ ਕਿੰਨੇ ਲੋਕ ਬੈਠੇ ਨੇ। ਸਰਕਾਰ ਆਉਂਦੀ ਹੈ ਦਨਾ ਦਨ ਅਫਸਰਾਂ ਨੂੰ ਲਿਆ ਕੇ ਇੱਥੇ ਕਹਿੰਦੇ ਕਬਜ਼ਾ ਹੋ ਗਿਆ। ਕਬਜ਼ਾ ਕਾਹਦੇ ਤੇ ਹੁੰਦਾ? ਤੁਸੀਂ ਜ਼ਮੀਨ ਵਾਹੀ ਹੋਈ ਹੋਵੇ। ਇਹ ਜੰਗਲ ਦੀ ਜ਼ਮੀਨ ਹੈ। ਇਹ ਸਾਰਾ 2800 ਦਾ 2800 ਕਿੱਲਾ ਉੱਥੇ ਕੋਈ ਬੋਰਡ ਲੱਗਿਆ, ਕਿਸੇ ਨੇ ਕੋਈ ਫਾਰਮ ਹਾਊਸ ਬਣਾਇਆ, ਫਿਰ ਤਾਂ ਲੋਕਾਂ ਦਾ ਕਬਜ਼ਾ। ਇਹ ਸਵਾਏ ਡਰਾਮੇਬਾਜ਼ੀ ਤੋਂ ਔਰ ਝੂਠ। 1.25 ਕਿੱਲਾ ਜ਼ਮੀਨ ਨੂੰ 125 ਕਿੱਲਾ ਬਣਾ ਦੇਣਾ, ਇਹ ਜਿਹੜਾ ਝੂਠ ਹੈ ਇਹਦੇ ਲਈ ਅਸੀਂ ਹੁਣ ਫੈਸਲਾ ਕੀਤਾ। ਪਹਿਲਾਂ ਤਾਂ ਗੱਲ ਅਸੀਂ ਡਿਫਰਮੇਸ਼ਨ ਕਰ ਰਹੇ ਹਾਂ ਚੀਫ ਮਿਨਿਸਟਰ ਤੇ, ਉਹਦੇ ਮਿਨਿਸਟਰ ਤੇ, ਹੋਰ ਜਿੰਨੇ ਅਫਸਰ ਇਨਵੋਲਵਡ ਨੇ। ਅਸੀਂ ਇਹਨਾਂ ਤੇ ਕਨਸਪੀਰੇਸੀ ਸਾਡੇ ਤੇ ਹੈਚ ਕੀਤੀ ਸਾਨੂੰ ਖਰਾਬ ਕਰਨ ਦੀ, ਉਹਦਾ ਕੇਸ ਹੋ ਰਿਹਾ। ਇਹਨਾਂ ਤੇ ਕੰਟੈਂਪਟ ਆਫ ਕੋਰਟ ਕਰ ਰਹੇ ਹਾਂ। ਸੋ ਇਹ ਸਾਰੀ ਪ੍ਰਣਾਲੀ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ। ਆਲਰੇਡੀ ਅਸੀਂ ਅੱਜ ਆਪਣੇ ਲੀਗਲ ਵਾਲਿਆਂ ਨਾਲ ਗੱਲ ਕਰ ਰਹੇ ਹਾਂ। ਸਰ ਜਿਹੜੇ ਮਾਨਹਾਨੀ ਦਾ ਤੁਸੀਂ ਗੱਲ ਕੀਤੀ ਹੈ, ਪਰ ਸਿਮਰਜੀਤ ਸਿੰਘ ਮਾਨ ਤਾਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਹੈਗੇ। ਫਿਰ ਕਿਹੜੇ ਦੇਸ਼ 'ਚ ਜਾ ਕੇ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਜੀ? ਇਹ ਕੀ ਸਵਾਲ ਹੈ ਤੁਹਾਡਾ? ਕੀ ਸਵਾਲ ਹੈ ਇਹ? ਜਿਹੜੇ ਇਹ ਸਵਾਲ ਨੇ ਨਾ, ਮੈਂ ਤੁਹਾਡੀ ਪ੍ਰੈਸ ਨੂੰ ਕਹਿੰਦਾ ਹੱਥ ਜੋੜ ਕੇ ਛੱਡ ਦਿਓ ਇਹ ਗੱਲਾਂ। ਸੰਵਿਧਾਨ ਨੂੰ ਕਿਉਂ ਨਹੀਂ ਮੰਨਦੇ? ਗੱਲ ਹੈ ਕਿ ਸਾਡਾ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਹੈ। ਤੁਸੀਂ ਇੱਕ ਗੱਲ ਸਮਝੋ, ਜਿਵੇਂ ਅੱਜ ਤੁਹਾਡੇ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਨਾ, ਇਵੇਂ ਹੀ ਪਹਿਲਾਂ ਖੋਹੀਆਂ ਗਈਆਂ ਨੇ। ਇਹ ਗਰੀਬ ਆਦਮੀ ਦੀ ਜ਼ਮੀਨ ਖੋ ਰਹੇ ਨੇ। ਇਹ ਕਹਿ ਕੇ ਭਈ ਇਹ ਵੱਡੇ ਧਨਾੜਾਂ ਤੋਂ ਜ਼ਮੀਨ ਲੈ ਰਹੇ ਆ। ਪਹਿਲਾਂ ਇਹ ਧਨਾੜਾਂ ਨੂੰ ਤੇ ਗਰੀਬਾਂ ਨੂੰ ਅਲੱਗ-ਅਲੱਗ ਕਰਨਗੇ, ਅਲੱਗ ਕਰਕੇ ਉਦੋਂ ਬਾਅਦ ਜਿਹੜਾ ਧਨਾੜ ਹੈ ਉਹ ਸੜਕ ਤੇ ਨਹੀਂ ਆ ਸਕਦਾ, ਜਿਹੜਾ ਗਰੀਬ ਹੈ ਉਹ ਕਚਹਿਰੀ ਨਹੀਂ ਜਾ ਸਕਦਾ। ਇਹ ਸਰਕਾਰ ਵੱਲੋਂ ਇਹ ਜਿਹੜੀ ਕਮਿਊਨਿਸਟ ਆਈਡੀਓਲੋਜੀ ਨਾਲ ਇਸ ਲੱਗੀ ਵੀ ਹੈ ਨਾ ਸਰਕਾਰ, ਇਹ ਤੁਹਾਨੂੰ ਇਹ ਚਾਹੁੰਦੀ ਹੈ ਵੀ ਸਟੇਟ। ਮੈਂ ਜਿਹੜੀ ਗੱਲ ਤੁਹਾਨੂੰ ਸਮਝਾ ਰਿਹਾ ਸੀ, ਇੱਕ ਪਾਸੇ ਮਾਲਕ ਤਾਂ ਪਿੰਡਾਂ ਦੇ ਲੋਕ ਹੋ ਗਏ, ਜਾਂ ਤੁਸੀਂ ਪੰਚਾਇਤੀ ਰਾਜ ਜੱਜ ਕਰ ਦਿਓ, ਪੰਚਾਇਤ ਹੋ ਗਈ। ਉਹ ਯਾਰ ਸਟੇਟ ਕਿੱਥੋਂ ਆ ਗਈ? ਪੰਜਾਬ ਸਰਕਾਰ ਕਿਵੇਂ ਮਾਲਕ ਬਣ ਗਈ ਕਿਸੇ ਵੀ ਜ਼ਮੀਨ ਦੀ? ਜਿਹੜੀ ਪੰਜਾਬ ਸਰਕਾਰ ਦੇ ਨਾਮ ਤੇ ਮਾਲਕੀਅਤ ਹੋਏਗੀ ਜ਼ਮੀਨ ਦੀ, ਉਹ ਨਾਮ ਉਹ ਬੋਲੇਗਾ ਉੱਥੇ। ਬੇਸਿਕਲੀ ਇਹ ਜ਼ਮੀਨ ਪਿੱਛੋਂ ਆਪਾਂ ਦੇਖੇ ਕਿੱਥੋਂ ਆਈ ਕਿ ਇਹ ਕਾਮਨ ਲੈਂਡ ਹੈ ਜੀ। ਇਹ ਪਿੰਡਾਂ ਦੇ ਲੋਕਾਂ ਦੀ ਕਾਮਨ ਲੈਂਡ ਹੈ। ਤੁਸੀਂ 1944 ਚ ਜਾਓ, 1940 ਦੀ ਜਮਾਬੰਦੀ ਚ ਜਾਓ, 1901 ਦੀ ਜਮਾਬੰਦੀ ਚ ਜਾਓ, ਉੱਥੇ ਦੇਖੋ ਲਾਲ ਲਕੀਰ ਦੇ ਅੰਦਰ ਆਉਂਦੀਆਂ ਜੀ। ਲਾਲ ਲਕੀਰ ਆਵੇ ਨਾ ਆਵੇ, ਖੇਵਟ ਹੋਵੇ ਨਾ ਹੋਵੇ, ਇਹ ਇੱਕ ਬੇਸਿਕ ਲੈਂਡ ਦੀ ਗੱਲ ਹੈ। ਮੈਂ ਤੁਹਾਨੂੰ ਸਾਰੇ ਪੰਜਾਬ, ਔਰ ਇਹ ਇਕੱਲਾ ਅੱਜ ਇਸ ਇਲਾਕੇ ਦਾ ਮਤਲਬ ਨਹੀਂ ਹੈ, ਇਹ ਸਾਰੇ ਪੰਜਾਬ 'ਚ ਪ੍ਰੋਬਲਮ ਜਾਣੀ ਹੈ। ਇਹਨਾਂ ਨੇ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ। ਜਿਹੜੇ ਅੱਜ 12 ਸਾਲ ਲਾਅ ਆਫ ਐਡਵਰਸ ਪੋਜੈਸ਼ਨ ਹੈ, ਜਿਹਦੇ ਤੁਸੀਂ 12 ਸਾਲ ਕਾਬਜ਼ ਰਹਿ ਲਓ, ਤੁਸੀਂ ਜ਼ਮੀਨ ਦੀ ਰਜਿਸਟਰੀ ਕਰਾ ਸਕਦੇ ਹੋ। ਯਾਰ ਇੱਥੇ ਤਾਂ ਲੋਕ 100 ਸਾਲ ਤੋਂ ਮਾਲਕ ਹੈ। ਤੁਸੀਂ ਕਰ ਕੀ ਰਹੇ ਆ? ਆਪਾਂ ਇਹ ਗੁੰਡਾਗਰਦੀ ਅਨਾਰਕੀ ਫੈਲਾ ਰਹੀ ਹੈ ਸਰਕਾਰ। ਚੀਫ ਮਿਨਿਸਟਰ ਐਵੇਂ ਕਰਦੇ ਹੁੰਦੇ ਨੇ। ਪਰ ਸਰਕਾਰ ਕਹਿ ਰਹੀ ਕਿ ਇੰਤਕਾਲ ਜਿਹੜਾ ਚੜ ਗਿਆ ਪੰਚਾਇਤ ਦੇ ਨਾਮ, ਕੀ ਪੁਰਾਣਾ ਰਿਕਾਰਡ ਅਸੀਂ ਨਹੀਂ ਮੰਨਦੇ? ਨਹੀਂ, ਕਿਉਂ ਨਹੀਂ ਮੰਨਦੇ? ਐਂ ਤਾਂ ਕੱਲ ਨੂੰ ਕੋਈ ਹੋਰ ਆ ਕੇ ਕਹੂਗਾ, ਤੁਹਾਡੇ ਘਰ ਚ ਆ ਕੇ ਕਹਿਣਗੇ ਪਾਸੇ ਹੋਵੋ ਜੀ, ਇਹ ਤਾਂ ਸਰਕਾਰ ਨਹੀਂ ਇੰਤਕਾਲ ਮੰਨਦੀ। ਇਹ ਕੋਈ ਰੂਲ ਆਫ ਲਾਅ ਹੈ? ਇਹ ਕੋਈ ਰੂਲ ਆਫ ਲਾਅ ਹੈ? ਇੱਕ ਮਿੰਟ, ਕਿਵੇਂ ਨਹੀਂ ਮੰਨਦੇ? ਕਿਵੇਂ ਮੁੱਕਰ ਸਕਦੇ? ਸਟੈਂਪ ਡਿਊਟੀ ਨਹੀਂ ਲਈ ਪੰਜਾਬ ਸਰਕਾਰ ਨੇ? ਤੁਹਾਡਾ ਕੀ ਖਿਆਲ ਹੈ ਪਿਛਲੇ 70 ਸਾਲ ਤੋਂ ਜਿਹੜਾ ਡਿਪਾਰਟਮੈਂਟ ਆਫ ਰੈਵਨਿਊ ਸੀ ਉਹ ਸਾਰੀਆਂ ਰਜਿਸਟਰੀਆਂ ਗਲਤ ਕਰਦਾ ਰਿਹਾ? ਮੈਂ ਤੁਹਾਨੂੰ ਇਹ ਕਹਿ ਰਿਹਾ, ਇਹਨਾਂ ਨੂੰ ਮੈਂ ਤੁਹਾਨੂੰ ਐਕਟ ਦਾ ਨਾਮ ਦੱਸ ਰਿਹਾ, ਨੋਟ ਕਰੋ। ਟਾਈਟਲ ਟ੍ਰਾਂਸਫਰ ਹੁੰਦਾ ਹੈ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ 'ਚ। ਜੇ ਘਪਲਾ ਹੁੰਦਾ ਜੀ ਤਾਂ ਹੋ ਸਕਦਾ ਵੀ ਇਕੱਲੇ ਧਾਲੀਵਾਲ ਆ ਸਕਦੇ ਸੀ, ਪਰ ਮੁੱਖ ਮੰਤਰੀ ਨਾਲ ਆਉਂਦੇ ਨੇ। ਯਾਰ ਮੁੱਖ ਮੰਤਰੀ ਕੋਈ ਸਮਾਨ ਤੋਂ ਰਿਹਾ ਹੋਇਆ ਝੂਠਾ। ਹੁਣ ਤਾਂ ਤੁਸੀਂ ਕਾਗਜ਼ ਚੈੱਕ ਕਰੋ, ਲਿਆਓ, ਦਿਓ ਮੈਨੂੰ ਨੰਬਰ 125 ਏਕੜ ਦੇ। ਕਿਹੜਾ ਨੰਬਰ ਹੈ ਜਿਹਦੇ ਅਸੀਂ ਮਾਲਕਾਂ? ਦੱਸੋ। ਮੁੱਖ ਮੰਤਰੀ ਹੋ ਗਿਆ ਰੱਬ ਤੋਂ ਤੇਰਾ ਝੂਠ ਦਾ ਪਲੰਦਾ, ਨਿਰਾ ਝੂਠ ਬੋਲੀ ਜਾਂਦਾ। ਤੁਹਾਨੂੰ ਪੁੱਛਣਾ ਚਾਹੀਦਾ, ਦਿਓ ਨੰਬਰ ਮੈਨੂੰ 125 ਏਕੜ ਦੇ। ਕਿਹੜੇ ਨੰਬਰ ਨੇ? ਕਿਹੜਾ ਤੇ ਕਬਜ਼ਾ ਕਰਿਆ? ਕਿਹੜਾ? ਔਰ ਕਬਜ਼ਾ ਕਿਵੇਂ? ਕਿਹੜਾ ਕਬਜ਼ਾ ਛੜਾਇਆ? ਕੋਈ ਘਰ ਢਾਇਆ?
ਉੱਥੇ ਲਿਆ ਕੇ ਬਲਡੋਜ਼ਰ ਖੜਾ ਕਰਕੇ ਜੰਗਲ ਦੇ ਵਿੱਚ ਸਵਾਏ ਡਰਾਮੇਬਾਜ਼ੀ ਤੋਂ ਹੈ ਕੋਈ ਕੀ ਹੈ ਇਹ? ਜਦੋਂ ਨੋਟੀਫਿਕੇਸ਼ਨ ਕੀਤਾ ਜਾਂਦਾ ਜੀ ਕੋਈ ਜਾਂ ਇਸ ਤਰ੍ਹਾਂ ਦੱਸਿਆ ਵੀ ਜਾਂਦਾ ਤਾਂ ਕੀ ਉਹਦੇ ਵਿੱਚ ਲਿਖਿਆ ਜਾਂਦਾ ਫਲਾਣੇ ਦੇ 30 ਜਵਾਈ ਨੋਟੀਫਿਕੇਸ਼ਨ ਇੱਕ ਮਿੰਟ ਫਲਾਣੇ ਦੇ- ਉਹ ਤਾਂ ਚਲੋ ਛੱਡੋ, ਮੈਂ ਪਰਸਨਲ ਗੱਲ ਹੀ ਨਹੀਂ ਕਰਦਾ। ਉਹ ਤਾਂ ਜਿਵੇਂ ਲਿਖਿਆ ਜਿਵੇਂ ਕੀਤਾ ਹੈ, ਜਿਹਦਾ 1100 ਏਕੜ ਹੈ ਉਹਦਾ ਨਾ ਕੋਈ ਐਡਰੈਸ ਕੰਪਨੀ ਦਾ ਨਾ ਕੁਛ। ਫੌਜਾ ਸਿੰਘ ਹਾਂਜੀ, ਕੀ ਕੰਪਨੀ ਹੈ? ਹਰ ਕੰਪਨੀ ਦਾ ਇੱਕ ਸਿਨ ਹੁੰਦਾ ਹੈ, ਕੰਪਨੀ ਆਈਡੈਂਟੀਫਿਕੇਸ਼ਨ ਨੰਬਰ। ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਕੰਪਲਸਰੀ ਹੈ, ਰਜਿਸਟਰਾਰ ਆਫ ਕੰਪਨੀਜ਼, ਮਿਨਿਸਟਰੀ ਆਫ ਕੰਪਨੀ ਅਫੇਅਰਸ ਦੇ ਅੰਡਰ। ਜਿਹੜਾ ਕੰਪਨੀਜ਼ ਐਕਟ 2013 ਹੈ ਉਹਦੇ ਚ ਸਿਨ ਨੰਬਰ ਲਿਖਣਾ ਕੰਪਨੀ ਦਾ ਹਰ ਥਾਂ ਕੰਪਲਸਰੀ ਹੈਗਾ। ਸਿਨ ਨੰਬਰ ਉਹਦੇ ਚ ਜਿੱਥੋਂ ਕੰਪਨੀ ਆਈਡੈਂਟੀਫਾਈ ਹੋਣੀ ਹੈ, ਉਹਦੇ ਬਾਰੇ ਤਾਂ ਕੋਈ ਗੱਲ ਨਹੀਂ। ਇਹ ਸਵਾਏ ਪੋਲੀਟੀਕਲੀ ਮੋਟੀਵੇਟਡ ਏਜੰਡਾ ਸੀ ਗਵਰਨਮੈਂਟ ਦਾ, ਜਿਹਦੇ ਵਿੱਚ ਉਹ ਇਹ ਸੋਚਦੇ ਨੇ ਭਈ ਸਾਰ ਸਿਮਰਨਜੀਤ ਸਿੰਘ ਮਾਨ ਨੂੰ ਬਦਨਾਮ ਕਰੋ। ਇਹ ਔਰ ਤੁਸੀਂ ਸਰਦਾਰ ਸਾਹਿਬ ਬਦਨਾਮ ਕਰਨ ਦੀ ਜਿਹੜੀ ਤੁਸੀਂ ਕਹਿੰਦੇ ਹੋ, ਫਿਰ ਇਹ ਤਾਂ ਵੋਟਾਂ ਤੋਂ ਪਹਿਲਾਂ ਕਰਦੇ ਜੀ, ਬਾਅਦ ਚ ਕਿਉਂ? ਵੋਟਾਂ ਤੋਂ ਬਾਅਦ ਪਹਿਲਾਂ ਤਾਂ ਇਹਨਾਂ ਨੇ ਰਿਅਲਾਈਜ਼ ਹੀ ਨਹੀਂ ਕੀਤਾ। ਅੱਜ ਇਹਨਾਂ ਨੂੰ ਤੁਹਾਨੂੰ ਅੱਜ ਦੇਖਣ ਲੱਗ ਗਏ ਨੇ ਵੀ ਇਹ ਤਾਂ ਸਾਨੂੰ ਠੋਕਣਗੇ, ਔਰ ਅੱਜ ਅਸੀਂ ਹੁਣ ਠੋਕਾਂਗੇ। ਅੱਜ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਕਰ ਰਹੇ ਨੇ, ਇੱਕ ਅੱਖਰ ਹੈ ਲਾਅ 'ਚ, ਬੈਡ ਇਨ ਦਾ ਆਈਜ਼ ਆਫ ਲਾਅ। ਇਹ ਇਲ ਕਨਸੀਵਡ ਹੈ। ਇਹ ਜਾਇਜ਼ ਮਾਲਕਾਂ ਨੂੰ, ਜੇ ਕੋਈ ਉੱਥੇ ਬੈਠਾ ਧੱਕੇ ਨਾਲ, ਅਸੀਂ ਉਹਦੇ ਖਿਲਾਫ ਹਾਂ। ਕਾਬਜ਼ ਹੋ ਕੇ ਬੈਠਾ ਹੈ, ਠੀਕ ਹੈ। ਜਿਹੜੇ ਬੰਦਿਆਂ ਨੇ, ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਜਦੋਂ ਰਜਿਸਟਰੀਆਂ ਕਰਾ ਲਈਆਂ, ਤੁਹਾਡੇ ਡਿਪਾਰਟਮੈਂਟ ਆਫ ਰੈਵਨਿਊ ਰਜਿਸਟਰੀਆਂ ਕਰਤੀਆਂ, ਉਹ ਕਿਵੇਂ ਸਕੁਐਟ, ਅੱਖਰ ਅੰਗਰੇਜ਼ੀ ਦਾ ਲਾਅ 'ਚ ਹੈ ਸਕੁਐਟ ਹੁੰਦਾ, ਜਾ ਕੇ ਕਿਤੇ ਬਹਿ ਜਾਣਾ। ਜੇ ਤੁਹਾਡੇ ਖਿਲਾਫ ਹੀ ਕੋਰਟ ਦੇ ਵਿੱਚ ਬਾਅਦ ਦੇ ਵਿੱਚ ਡਿਸੀਜਨ ਆ ਜਾਂਦਾ ਜੀ, ਮੰਨੋਗੇ ਵੀ ਗਲਤੀ? ਮਹਾਰਾਜ ਤੁਸੀਂ ਕੀ ਹਾਈਪੋਥੈਟੀਕਲ ਕੁਐਸਚਨ ਕਰ ਰਹੇ ਹੋ? ਕੋਰਟ ਦੇ ਵਿੱਚ ਡਿਸੀਜਨ ਆ ਜਾਂਦਾ ਹੈ, ਕੋਰਟ ਤੇ ਮੈਂ ਤਾਂ ਤੁਹਾਨੂੰ ਕਹਿ ਰਿਹਾ, ਸਰਕਾਰ ਕੋਰਟ ਤੇ ਅਸੀਂ ਤਾਂ, ਸਾਨੂੰ ਪਤਾ ਹੀ ਤਾਂ ਸਟੇ ਆਰਡਰ ਲੈ ਕੇ, ਮੈਂ ਨਹੀਂ ਕਹਿ ਰਿਹਾ, ਜਿਹੜੇ ਪੰਜਾਬ ਦੇ ਇੱਥੋਂ ਦੇ ਲੋਕ ਨੇ, ਵਸਨੀਕ ਨੇ ਇਹਨਾਂ ਪਿੰਡਾਂ ਦੇ, ਉਹ ਸਟੇ ਆਰਡਰ ਲੈ ਕੇ ਬੈਠੇ, ਠੀਕ ਹੈ। ਮੈਂ ਥੋੜਾ ਜਿਹਾ ਇੰਟੈਲੀਜੈਂਟ ਕੁਐਸਚਨ ਕਰਾਂ, ਜਿਹੜੇ ਟਾਈਟਲ ਨੇ ਨਾ ਜ਼ਮੀਨਾਂ ਦੇ, ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਮੇਰੀ ਗੱਲ ਦਾ ਬੁਰਾ ਨਾ ਮਨਾਓ ਜੀ, ਜਿਹੜੇ ਟਾਈਟਲ ਨੇ, ਜਿਹੜੀ ਮਲਕੀਅਤਾਂ ਨੇ, ਉਹ ਇੱਕ ਲਾਅ ਔਰ ਇੱਕ ਐਕਟ ਦੇ ਅਧੀਨ ਡਿਸਾਈਡ ਹੁੰਦੀਆਂ ਨੇ। ਤੁਸੀਂ ਮੈਂ ਤੁਹਾਨੂੰ ਦਿਖਾ ਦਿੰਨਾ ਜੱਜਮੈਂਟ 'ਚ ਕੀ ਹੈ। ਇਹਨਾਂ ਨੇ ਕਿਸੇ ਨੂੰ ਸੁਣਿਆ ਨਹੀਂ। ਜੱਜਮੈਂਟ ਸਟੇ ਹੀ ਇਸ ਗੱਲ ਤੇ ਹੋਈ ਹੈ ਭਈ ਇੱਕ ਪੱਖੀ ਤੁਸੀਂ ਕਰ ਲਿਆ, ਲੈਂਡ ਓਨਰ ਨੂੰ ਤਾਂ ਸੁਣਿਆ ਹੀ ਨਹੀਂ ਕਿਸੇ ਨੇ। ਆਪਾਂ ਕਰ ਕੀ ਰਹੇ ਹਾਂ ਐਂਡ ਪ੍ਰੈਸ ਕੀ ਕਰ ਰਹੀ ਹੈ? ਚੀਫ ਮਿਨਿਸਟਰ ਨੇ ਕਹਿ ਦਿੱਤਾ ਕੋਈ ਰੱਬੀ ਇਲਹਾਮ ਹੋ ਗਿਆ, ਔਰ ਜਿੰਨਾ ਝੂਠ ਉਹਦਾ ਇਹਦੇ 'ਚ ਐਕਸਪੋਜ਼ ਹੋਣਾ ਹੈ। ਬਾਕੀ ਗੱਲਾਂ ਹੋ ਜਾਂਦੀਆਂ ਨੇ ਬਿਆਨਾਂ 'ਚ, ਜੀ ਫਲਾਣੇ ਨੇ ਆਹ ਬਿਆਨ ਦੇ ਦਿੱਤਾ। ਮੈਂ ਤਾਂ ਤੁਹਾਡੇ ਨਾਲ ਕਿਤਾਬਾਂ ਤੇ ਗੱਲ ਕਰ ਰਿਹਾ, ਕਾਗਜ਼ਾਂ ਤੇ ਗੱਲ ਕਰ ਰਿਹਾ। ਇਮਾਨ ਸਿੰਘ ਮਾਨ ਤੋਂ ਇਲਾਵਾ ਉਹ ਕਹਿੰਦੇ ਵੀ ਸਿਮਰਨਜੀਤ ਸਿੰਘ ਸਵਾ ਮਾਨ ਦੀ ਕਿੱਲਾ ਬੇਟੀ ਇਮਾਨ ਸਿੰਘ ਮਾਨ ਕੋਲੇ ਜੱਦੀ ਹੈ। 10 ਤੋਂ 11 ਕਿੱਲੇ ਖਰੀਦੇ ਵੇ ਉਹਨਾਂ ਦੀ ਵਾਈਫ ਦੇ ਨਾਂ ਤੇ ਨੇ ਇਸ ਏਰੀਏ। ਕਿਹੜੇ ਸਨ ਚ ਖਰੀਦੇ ਜੀ? ਕਿਹੜੇ ਮੈਂ ਦੱਸਣਾ ਇਹਨਾਂ ਕੋਲ ਇਹ ਛਿੱਬਾ ਸਾਹਿਬ ਨੂੰ ਸਾਰੀ ਦੱਸਣਾ। ਜਵਾਈ ਦੇ ਵੀ ਹੈਗਾ ਵੀ 28 ਕਿੱਲੇ ਉਹਨਾਂ ਦੀ ਵੀ ਜ਼ਮੀਨ ਹੈ ਜੀ। ਮੈਂ ਦੱਸਣਾ ਤੁਹਾਨੂੰ। ਹਾਂਜੀ, ਤੁਹਾਡਾ ਕੀ ਨਾਮ? ਮੇਰਾ ਨਾਮ ਰਣਜੀਤ ਸਿੰਘ ਚੀਮਾ, ਆਫਿਸ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਰਦਾਰ ਜੋਗਿੰਦਰ ਸਿੰਘ ਮਾਨ ਨੇ ਸਾਨੂੰ 70 ਤੋਂ ਬਾਅਦ ਕਿਤੇ ਇੱਥੇ ਜ਼ਮੀਨ ਖਰੀਦੀ। ਇਸ ਪਿੰਡ 'ਚ ਸਭ ਦੀ ਮਾਲਕੀਅਤ ਜ਼ਮੀਨ ਹੈ। ਔਰ ਸਭ ਤੋਂ ਵੱਡੀ ਕਮੀ ਇੱਥੇ ਹੈ ਕਿ ਕੋਈ ਵੀ ਬਾਕੀ ਸਾਰੇ ਪੰਜਾਬ ਦੀ ਜ਼ਮੀਨ ਜਿਹੜੀ ਹੈ ਉਹ ਕੰਪਿਊਟਰ ਤੇ ਚੜੀ ਹੋਈ ਹੈ, ਕੰਪਿਊਟਰਾਈਜ਼ ਕੀਤੀ ਹੋਈ ਹੈ। ਇੱਥੇ ਕੋਈ ਕੰਪਿਊਟਰਾਈਜ਼ ਨਹੀਂ। ਮੈਂ ਹਰ ਇਲੈਕਸ਼ਨ ਦੇ ਵਿੱਚ ਤੁਹਾਨੂੰ ਦੱਸਦਾ ਕਿ ਅਸੀਂ ਗਵਰਨਮੈਂਟ ਨੂੰ ਮਾਨ ਸਾਹਿਬ ਦਾ ਐਫੀਡੇਵਿਟ ਭਰਦੇ ਹਾਂ, ਇਮਾਨ ਦਾ ਐਫੀਡੇਵਿਟ ਭਰਦੇ ਹਾਂ। ਇੱਕ ਐਫੀਡੇਵਿਟ ਨਾਲ ਆਉਂਦਾ ਨਾ ਫਾਰਮ 16, ਉਹਦੇ 'ਚ ਲਿਖਦੇ ਆ ਕਿ ਇਹਨਾਂ ਦੀ ਕਿੰਨੀ ਜਾਇਦਾਦ ਕਿੱਥੇ ਹੈ ਔਰ ਇਹ ਜਾਇਦਾਦ ਕਿੱਥੋਂ ਆਈ ਹੈ। ਇੱਥੇ 4 ਕਿੱਲੇ ਕੁਛ ਵਿਸਵੇ ਜ਼ਮੀਨ ਸੀ ਸਰਦਾਰ ਜੋਗਿੰਦਰ ਸਿੰਘ ਮਾਨ ਤੋਂ ਜਿਹੜੀ ਆਈ ਸੀ। 8 ਕਿੱਲੇ ਸਮਥਿੰਗ ਸੀ, ਇੱਕ ਉਹਨਾਂ ਦੇ ਜਿਹੜਾ ਮਾਨ ਸਾਹਿਬ ਦਾ ਵੱਡਾ ਭਰਾ ਸੀ ਉਹਦੇ ਪਰਿਵਾਰ ਨੂੰ ਚਲੀ ਗਈ। ਜਿਹੜੀ ਅੱਧੀ ਸੀ ਉਹ ਉਹਨਾਂ ਦੇ ਦਾਦਾ ਜੀ ਨੇ ਅੱਧੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਰਾਤੀ, 2 ਕਿੱਲੇ ਕੁਛ ਉੱਧਰ ਕਰਾਤੀ। ਹੁਣ ਕੀ ਕਰਿਆ, ਇਹ ਜ਼ਮੀਨ ਮਹਿੰਗੀ ਸੀ ਜਿਹੜੀ ਲਈ ਸੀ ਪਹਿਲਾਂ, ਇਹਨਾਂ ਨੇ ਵਿੱਚੋਂ ਵੇਚ ਕੇ ਮਾਨ ਸਾਹਿਬ ਵਾਲੀ ਤਾਂ ਸਾਰੀ ਵੇਚਤੀ। ਇਮਾਨ ਸਿੰਘ ਵਾਲੀ 1.25 ਕਿੱਲਾ ਬਚ ਗਈ ਹੈ। ਉਹਦੀ ਜਗ੍ਹਾ ਤੇ ਇਮਾਨ ਸਿੰਘ ਦੀ ਮਿਸਿਸ ਈਸ਼ਵਰਾ ਕੌਰ ਦੇ ਨਾਂ ਤੇ ਜ਼ਮੀਨ ਲੈ ਲਈ। ਔਰ ਉਹ ਜਿਹੜੀ ਜ਼ਮੀਨ ਹੈ ਜੋ ਉਹਦਾ ਸਰਕਾਰੀ ਰੇਟ ਹੈ ਉਹਦੇ ਹਿਸਾਬ ਨਾਲ ਫੀਸ ਭਰੀ ਹੈ, ਹਾਲਾਂਕਿ ਉਹ ਜ਼ਮੀਨ ਸਸਤੀ ਮਿਲੀ ਹੈ। ਸਟਾਂਪ ਡਿਊਟੀ ਸਾਰੀ ਭਰੀ ਹੋਈ ਹੈ ਜੀ। ਉੱਤੇ ਲਿਖਿਆ ਹੋਇਆ ਕਿ ਸਟਾਂਪ ਡਿਊਟੀ ਇੰਨੀ ਭਰੀ ਹੈ, ਇਹ ਰੇਟ ਨੂੰ ਇੰਨੀ ਸਟਾਂਪ ਡਿਊਟੀ ਬਣਦੀ ਹੈ, ਲੇਕਿਨ ਐਕਚੁਅਲ ਰੇਟ ਨੂੰ ਆਹ ਖਰੀਦੀ ਹੈ, ਆਹ ਚੈੱਕ ਦੇ ਥਰੂ ਪੈਸੇ ਦਿੱਤੇ ਨੇ।
ਸਾਰੀਆਂ ਰਜਿਸਟਰੀਆਂ ਸਾਡੇ ਕੋਲ ਹੈਗੀਆਂ, ਕਿਉਂਕਿ ਇੰਨਾ ਟਾਈਮ ਨਹੀਂ ਸੀ। ਅੱਜ ਰਾਤ ਦੀ ਗੱਲ ਹੈ ਜਾਂ ਸ਼ਨੀਚਰਵਾਰ ਹੈ, ਔਰ ਮੈਂ ਲੱਭਾਂਗਾ ਤਾਂ ਮੇਰੇ ਕੋਲ ਹੀ ਲੱਭ ਜਾਣਗੀ। ਤੁਸੀਂ ਕਹਿਣਾ ਚਾਹੁੰਦੇ ਵੀ ਸਾਰੀ ਕਾਨੂੰਨੀ ਪ੍ਰਕਿਰਿਆ ਕਰਨ ਤੋਂ ਪਰ ਬਾਅਦ ਨਹੀਂ ਕਾਨੂੰਨੀ ਪ੍ਰਕਿਰਿਆ ਅੱਛਾ, ਜਿਹੜਾ 125 ਏਕੜ ਕਹਿੰਦੇ ਨੇ ਜਾਂ ਕਬਜ਼ਾ ਕਹਿੰਦੇ ਨੇ, ਕਬਜ਼ਾ ਤਾਂ ਇੱਥੇ ਕਿਸੇ ਬੰਦੇ ਦਾ ਵੀ ਨਹੀਂ ਜ਼ਮੀਨ ਤੇ। 1954 ਦੇ ਵਿੱਚ ਹੋਈ ਸੀ ਜਿਹੜੀ ਲੈਂਡ ਦੀ ਡਿਸਟ੍ਰੀਬਿਊਸ਼ਨ ਹੋਈ ਸੀ, ਮਰੱਬੇਬੰਦੀ। ਇੱਥੇ ਹੋਈ ਨਹੀਂ, ਇੱਥੇ ਹੋਈ ਨਹੀਂ। ਜਿਹਦੇ ਕੋਲ ਜਿਹੜੀ ਜ਼ਮੀਨ ਹੈ ਉਹ ਰੱਖੀ ਉਹਨਾਂ ਨੇ। ਮਰੱਬੇਬੰਦੀ 'ਚ ਲੋਕਾਂ ਦੇ ਟੱਕ ਇਕੱਠੇ ਹੋ ਜਾਂਦੇ ਆ। ਮਰੱਬੇਬੰਦੀ ਦਾ ਇਹ ਫਾਇਦਾ ਹੋਇਆ ਸੀ ਕਿ ਲੋਕਾਂ ਦੇ ਟੱਕ ਇਕੱਠੇ ਹੋ ਗਏ ਸੀ। ਹੁਣ ਇਹ ਪਿੰਡ ਦੇ ਨਾਲ ਜ਼ਮੀਨ ਹੈ, ਇਹਦੀ ਮਰੱਬੇਬੰਦੀ ਅਜੇ ਤੱਕ ਹੋਈ ਨਹੀਂ। ਜਿਹਦੇ ਕੋਲ ਕਿਤੇ 2 ਕਿੱਲੇ ਉਹਨੂੰ ਲੋੜ ਪੈਂਦੀ ਉਹ ਵੇਚ ਲੈਂਦਾ। ਜਿੰਨੀਆਂ ਵੀ ਜ਼ਮੀਨਾਂ ਜਾਂ ਉਹਨਾਂ ਦੇ 2 ਪੋਤਿਆਂ ਨੇ ਖਰੀਦੀਆਂ ਨੇ, ਕਿਸੇ ਬੰਦੇ ਕੋਲੋਂ ਖਰੀਦੀਆਂ, ਤਹਿਸੀਲ ਦੇ ਜਾ ਕੇ ਰਜਿਸਟਰੀ ਹੋਈ ਹੈ ਜੀ, ਉਹਦੀ ਪੂਰੀ ਫੀਸ ਗਵਰਨਮੈਂਟ ਨੇ ਉਹਦਾ ਰੇਟ ਰੱਖਿਆ ਹੋਇਆ। ਜੇ ਸਰਕਾਰੀ ਜ਼ਮੀਨ ਸੀ ਫਿਰ ਉਹਦਾ ਰੇਟ ਕਿਉਂ ਰੱਖਿਆ ਜਿਹੜਾ ਵੇਚਣ ਵਾਲਾ ਹੁੰਦਾ, ਜਿਹੜਾ ਰੇਟ ਰਜਿਸਟਰੀ ਹੀ ਕਿਉਂ ਕੀਤੀ ਗਈ? ਨਹੀਂ ਉਹਦਾ ਰੇਟ ਕਿਉਂ ਰੱਖਿਆ? ਕਲੈਕਟਰ ਰੇਟ ਕਿਉਂ ਰੱਖਿਆ? ਕਲੈਕਟਰ ਰੇਟ ਦੀ ਫੀਸ ਲਈ ਹੈ, ਰਜਿਸਟਰੀ ਭਾਵੇਂ ਘੱਟਦੀ ਹੈ ਪਰ ਫੀਸ ਪੂਰੀ ਜਮ੍ਹਾਂ ਹੋਈ ਹੈ ਕਲੈਕਟਰ ਰੇਟ ਦੀ। ਇਹ ਰਜਿਸਟਰੀਆਂ ਮੇਰੇ ਕੋਲ ਵੀ ਸੀਗੀਆਂ, ਮੈਂ ਹੁਣ ਵੀ ਲੱਭ ਕੇ ਦਊਂਗਾ, ਇਹ ਕੋਲ ਹੈਗਾ ਸਭ ਕੁਝ। ਔਰ ਇਸ ਜ਼ਮੀਨ ਦੇ ਵਿੱਚ ਰੌਲਾ ਕੀ ਪੈਂਦਾ? ਹੁਣ 1.25 ਲਿਖਿਆ, ਐਕਚੁਅਲ ਇਹ ਜ਼ਮੀਨ ਵਿਗਿਆ ਤੇ ਵਿਸਵਿਆਂ 'ਚ ਹੈ। ਇੱਕ ਵਾਰ ਸਾਨੂੰ ਇਹ ਵੀ ਤਕਲੀਫ ਆਈ, ਉਦੋਂ ਮੈਨੂੰ ਬਹੁਤਾ ਪਤਾ ਨਹੀਂ ਸੀ। ਇਹਨਾਂ ਨੇ ਜਿਹੜੇ ਵਿਸਵੇ ਸੀ ਸਾਰੇ ਵਿਸਵੇ ਲਿਖਤੇ ਕਿ ਇੰਨੇ ਵਿਸਵੇ ਨੇ, 800 ਕਿੰਨੇ ਵਿਸਵੇ ਕਰਦੇ ਨੇ, ਉਹ ਵਿਗੇ ਲਿਖਤੇ। ਮੈਂ ਉਸੇ ਹਿਸਾਬ ਨਾਲ ਉੱਥੇ ਬਣਾਤੀ। ਕੁਦਰਤੀ ਜਦੋਂ ਮੈਂ ਜਾ ਕੇ ਮਾਨ ਸਾਹਿਬ ਦੀ ਮਿਸੀ ਨਾਲ ਗੱਲ ਕਰੀ ਕਿ ਇੰਨੀ ਨਹੀਂ, ਉਹ ਕਹਿੰਦੇ ਇੰਨੀ ਜ਼ਮੀਨ ਤਾਂ ਹੈ ਹੀ ਨਹੀਂ, ਦੁਬਾਰਾ ਫਰਦ ਲਈ। ਕੁਦਰਤੀ ਪੁਰਾਣੀ ਫਰਦ ਮੈਂ ਪਾਰਟੀ ਨੇ ਤੁਹਾਨੂੰ ਵਿਖਾਉਂਦਾ ਵੀ ਕੀ ਪਟਵਾਰੀ ਨੇ ਕਰਿਆ, ਮਾਜਰੀ ਤੋਂ ਫਰਦ ਲਈ ਸੀ। ਫਿਰ ਅਸੀਂ ਬੰਦੇ ਨੂੰ ਦੁਬਾਰਾ ਭੇਜਿਆ, ਦੁਬਾਰਾ ਫਰਦ ਲਈ, ਤੇ ਮਾਨ ਸਾਹਿਬ ਦੇ ਨਾਲ ਇੰਨੀ ਜ਼ਮੀਨ ਸੀ 4 ਕਿੱਲੇ, ਤੇ ਜੇ ਹੁਣ 4 ਕਿੱਲਿਆਂ ਦੇ ਵਿਸਵੇ ਬਣਾਤੇ ਇਹਨਾਂ ਨੇ, ਅਸੀਂ ਮਤਲਬ ਵਿਗੇ ਬਣਾਤੇ। 125 ਇਹ ਤਾਂ ਜਿਹੜਾ 1.25 ਸਿਰਫ ਇਮਾਨ ਸਿੰਘ ਦੇ ਨਾਲ 1.25 ਕਿੱਲਾ ਜ਼ਮੀਨ ਹੈ। 1.25 ਸਵਾ ਏਕੜ ਹੈ, ਸਵਾ ਏਕੜ ਨੂੰ 100 ਕਿੱਲਾ ਬਣਾ 100 ਕਿੱਲਾ ਬਣਾਤਾ। ਅੱਛਾ, ਜਿਹੜੀ ਹੁਣ ਆ ਜ਼ਮੀਨ ਹੈ, ਮੰਨ ਲਓ ਇਹ ਸਰਕਾਰੀ ਜ਼ਮੀਨ ਹੈ, ਇੱਥੇ ਕਬਜ਼ਾ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਇੱਥੇ ਮਲਗਣ ਕਰ ਲਈ, ਇੱਥੇ ਇਹਨਾਂ ਨੇ ਹੋਟਲ ਬਣਾ ਲਿਆ। ਜੇ ਉੱਥੇ ਜਾ ਕੇ ਜੰਗਲ 'ਚ ਕੁਛ ਬਣਿਆ ਹੀ ਨਹੀਂ, ਉੱਥੇ ਕਿਹਦਾ ਕਬਜ਼ਾ ਮੰਨਿਆ ਜਾਊਗਾ? ਲੋਕ ਡੰਗਰ ਚਾਰ ਰਹੇ ਆ, ਜਾਨਵਰ ਫਿਰ ਰਹੇ ਆ, ਕੁਛ ਵੀ ਕਬਜ਼ਾ ਉੱਥੇ ਕਿਸੇ ਜ਼ਮੀਨ ਦਾ ਹੈ ਨਹੀਂ, ਨਾ ਕਿਸੇ ਦਾ ਉੱਥੇ ਕਬਜ਼ਾ, ਨਾ ਕਿਸੇ ਨੇ ਉੱਥੇ ਕਬਜ਼ਾ ਕਰਾਇਆ ਹੋਇਆ। ਸਾਰੀ ਜ਼ਮੀਨ ਤੇ ਕਿਸੇ ਦਾ ਕਬਜ਼ਾ ਨਹੀਂ, ਪਿੰਡ ਦੀ ਜ਼ਮੀਨ ਹੈ। ਜਿਹਦੀ ਜਿੱਥੇ ਪਈ ਹੈ ਉਹਨਾਂ ਨੂੰ ਮਾੜਾ ਮੋਟਾ ਪਤਾ ਮੇਰੀ ਇੱਥੇ, ਉਹ ਲਿਜਾ ਕੇ ਰਜਿਸਟਰੀ ਕਰਾਉਂਦੇ ਨੇ। ਨਹੀਂ ਫਿਰ ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤਾ ਕਿਉਂ ਹੈ? ਉਹ ਬਦਨਾਮ ਕਰਨ ਲਈ, ਨਹੀਂ ਦੂਸਰੀ ਗੱਲ, ਉਹਨਾਂ ਨੂੰ ਕੋਈ ਚੀਜ਼ ਨਹੀਂ ਲੱਭੀ। ਦੂਸਰੀ ਗੱਲ, ਹੁਣ ਤੁਹਾਡੇ ਤੇ ਇੱਕ ਬਦਨਾਮੀ ਕਰਨੀ ਹੋਵੇ, ਹੁਣ ਆਪਾਂ ਕੋਈ ਗੱਲ ਨਹੀਂ ਮੀਡੀਆ ਤੇ ਵੀ ਚੱਲਦੇ ਆ, ਕੀ ਕਰਦੇ ਨੇ? ਕਿਸੇ ਵੀ ਜਨਾਨੀ ਨੂੰ ਬਦਨਾਮ ਕਰਨਾ, ਉਹਦੇ ਕਰੈਕਟਰ ਤੇ ਉਂਗਲੀ ਝੁੱਕ ਦਿੰਦੇ ਨੇ, ਫਿਰ ਉਹ ਸਾਬਤ ਕਰੇ ਕੋਈ। ਤੁਹਾਨੂੰ ਪਤਾ ਹੋਊਗਾ ਪਿੱਛੇ ਇੱਕ ਲੇਡੀ ਦੇ ਕਰੈਕਟਰ ਤੇ ਉਂਗਲੀ ਚੁੱਕ ਦਿੱਤੀ ਸੀ ਪਿੰਡ ਵਾਸੀਆਂ ਨੇ, ਉਹਦੇ 'ਚ 48 ਬੰਦਿਆਂ ਤੇ ਪਰਚਾ ਹੋਇਆ ਸੀ, 5-6 ਮਰ ਗਏ ਸੀ, ਬਾਕੀ ਸਾਰਿਆਂ ਨੂੰ ਸਜ਼ਾ ਹੋਈ ਆ। ਜਦੋਂ ਕੋਈ ਇਹੋ ਜਿਹੀ ਗਲਤ ਗੱਲ ਕਰਦੇ ਨੇ ਉਹਦੇ 'ਚ ਫਿਰ ਫਸਦੇ ਨੇ ਬਹੁਤ ਜ਼ਿਆਦਾ। ਪਰ ਉਹ ਕਹਿੰਦੇ ਜੀ ਅਸੀਂ ਕਿਹੜਾ ਸਿਰਫ 2828 ਛਡਵਾਏ, ਅਸੀਂ ਤਾਂ 9000 ਏਕੜ ਤੋਂ ਵੱਧ ਛਡਵਾ ਲਏ। ਉਹ ਯਾਰ ਮੇਰੀ ਗੱਲ ਸੁਣੋ, ਸਰਕਾਰ ਦੇ ਅੱਗੇ ਕੋਈ ਬੋਲ ਨਹੀਂ ਰਿਹਾ, ਗਰੀਬ ਬੰਦੇ ਸਰਕਾਰ ਦੇ ਅੱਗੇ ਬੋਲ ਨਹੀਂ ਰਹੇ। ਉਹ ਵਕੀਲਾਂ ਦੀ ਗਰੀਬਾਂ ਨੂੰ ਤਾਂ ਨਹੀਂ ਬਦਨਾਮ ਕਰਨਾ, ਬਦਨਾਮ ਤਾਂ ਵੱਡੇ ਬੰਦੇ ਨੂੰ ਕਰਨਗੇ ਜੀ। ਇੱਕ ਮਿੰਟ ਮੈਂ ਜਵਾਬ ਦਿੰਦਾ ਜੀ ਹਾਂਜੀ। ਇਸ ਗੱਲ ਦਾ। 2828 ਛੜਾਏ ਕਿ 9000 ਛੜਾਏ, ਗੱਲ ਇਹ ਹੈ ਛੁਡਾਏ ਕਿੱਥੋਂ ਹੈ, ਕੀ ਹੋਇਆ? ਛੁਡਾਇਆ ਕਿਸ ਦਾ ਕਬਜ਼ਾ ਸੀ? ਕਿਸੇ ਦੀ ਵਾਈ ਜ਼ਮੀਨ ਛਡਾਈ ਹੈ? ਨੰਬਰ 1। ਨੰਬਰ 2, ਕਿਸੇ ਨੇ ਪੁੱਛਿਆ ਅੱਜ ਤੱਕ ਵੀ ਉਹ ਜ਼ਮੀਨ ਦੀ ਮਾਲਕੀਅਤ ਕਿੱਥੇ ਹੈ, ਕੌਣ ਮਾਲਕ ਹੈ, ਕਾਗਜ਼ ਕੀ ਬੋਲਦੇ ਨੇ, ਜਮਾਬੰਦੀਆਂ ਫਰਦਾਂ ਕੀ ਬੋਲਦੀਆਂ ਨੇ? ਚੀਫ ਮਿਨਿਸਟਰ ਆਇਆ ਹੂਆ ਕਰਕੇ ਚਲੇ ਗਏ। ਇਹ ਕੋਈ ਤਰੀਕਾ ਯਾਰ? ਡੂ ਯੂ ਥਿੰਕ ਲਾਅ ਐ ਚੱਲਦਾ ਹੈਗਾ? ਨਹੀਂ, ਤੁਸੀਂ ਵੀ ਉੱਥੇ ਹੋਗੇ ਜਦੋਂ ਆਇਆ, ਉੱਥੇ ਹੋਗੇ ਤੁਸੀਂ, ਤੇ ਉੱਥੇ ਕੌਣ ਸੀਗਾ? ਹੋਰ ਨਿਸ਼ਾਨਦਾਈ ਤੋਂ ਬਿਨਾਂ ਜ਼ਮੀਨ ਦਾ ਨਹੀਂ, ਉੱਥੇ ਹੋਰ ਕੌਣ ਸੀਗਾ? ਸਰਕਾਰੀ ਬੰਦਿਆਂ ਤੋਂ ਜਿੱਥੇ ਕਿਤੇ ਕਲੋਨੀ ਢਾਉਂਦੇ ਨੇ, ਕਲੋਨੀ ਵਾਲੇ ਅੱਗੇ ਲੰਮੇ ਪੈਂਦੇ ਨੇ, ਉੱਥੇ ਕੌਣ ਸੀਗਾ? ਜਲਦੀ ਆਇਆ ਕੋਈ ਲਿਆ ਕੇ ਖੜਾਤਾ 125 ਏਕੜ ਉੱਥੇ ਵਿੱਚ ਬਿਠਾ ਕੇ 125 ਏਕੜ ਦੀ ਕਿਤੇ ਨਿਸ਼ਾਨਦਾਈ ਹੈ? ਮੈਂ ਤਾਂ ਜੀ ਛੋਟੇ ਪ੍ਰੈਸ ਦੇ ਥਰੂ ਕਹਿਣਾ 21 ਏਕੜ ਦੀ ਜਿਹੜਾ 125 ਏਕੜ ਯਾਰ ਇਹ ਗੱਪਾਂ, ਗੱਲ ਸੁਣੋ, ਇਹ ਬਚਪਨ ਤੋਂ ਗੱਪਾਂ ਮਾਰਦਾ ਰਿਹਾ, ਗੱਪਾਂ ਹੀ ਮਾਰੂਗਾ। ਸਰ ਉਹ ਨਾ ਇੱਕ ਗੱਲ ਕਹਿ, ਹਾਂਜੀ ਇੱਕੋ ਸਵਾਲ ਪੁੱਛੋ ਅੱਜ ਸਰਕਾਰ ਨੂੰ,
ਉਹ 125 ਏਕੜ ਦੇ ਨੰਬਰ ਤੇ। ਅਸੀਂ ਸੂਟ ਪਾਵਾਂਗੇ ਪੋਜੈਸ਼ਨ ਦਾ, ਪਰ ਸਾਨੂੰ ਪਤਾ ਤਾਂ ਲੱਗੇ ਸਾਡੇ ਨਾਂ ਤੇ 125 ਏਕੜ ਬੋਲਦੀ ਹੈ ਜ਼ਮੀਨ। ਅਸੀਂ ਪਾਵਾਂਗੇ ਸੂਟ ਪੋਜੈਸ਼ਨ ਦਾ। ਸਰ ਇੱਥੇ ਸਿਰਫ ਤੁਸੀਂ ਆਪਣੀ ਉਹ ਗੱਲ ਕਰ ਰਹੇ ਹੋ ਤਾਂ ਹੋਰ ਲੋਕਾਂ ਦੀ ਵੀ ਗੱਲ ਮੈਂ ਤਾਂ ਕਰ ਸਾਰਿਆਂ ਦੀ ਗੱਲ ਕਰ ਰਿਹਾ। ਨਹੀਂ ਸਰ, ਮੈਂ ਪਾਰਟੀ ਵੱਲੋਂ, ਮੈਂ ਇਸ ਹਲਕੇ ਦੀ ਗੱਲ ਕਰ ਰਿਹਾ, ਮੈਂ ਸਾਰੇ ਪੰਜਾਬ ਦੀ ਗੱਲ ਕਰ ਰਿਹਾ। ਸਰਦਾਰ ਸਾਹਿਬ ਇੱਕ ਗੱਲ ਉਹ ਲਗਾਤਾਰ ਜਿਹੜਾ ਸਰਕਾਰ ਵੱਲੋਂ ਉਠਾਇਆ ਜਾ ਰਿਹਾ, ਉਹ ਕਹਿੰਦੇ ਸਿਰਫ ਮਾਨ ਪਾਰਟੀ ਕਿਉਂ ਬੋਲਦੀ, ਕਹਿੰਦੇ ਅਸੀਂ ਪੀਟੀਸੀ ਦੇ ਬੰਦਿਆਂ ਦਾ ਵੀ ਨਾਂ ਲਿਆ, ਅਸੀਂ ਕਾਂਗੜ ਦੀ ਵੀ ਜ਼ਮੀਨ ਉਹਨਾਂ ਨੇ ਕਹਿੰਦੇ ਕਰੀ ਨਹੀਂ। ਯਾਰ ਅਸੀਂ ਮਾਨ ਪਾਰਟੀ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਜੀ। ਹੈ ਨਾ, ਆਪਾਂ ਹਾਂਜੀ। ਡੈਕੋਰਮਸ ਮੇਨਟੇਨ ਰੱਖੀ। ਜੀ। ਠੀਕ ਹੈ। ਮਾਨ ਪਾਰਟੀ ਕਿਉਂ ਬੋਲਦੀ ਹੈ ਜਾਂ ਅਸੀਂ ਕਿਉਂ ਬੋਲਦੇ ਆ, ਸਾਡੇ ਦਰਦ ਹੁੰਦਾ ਹੈ, ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ। ਅਸੀਂ ਗੁਰਬਤ 'ਚ ਆ, ਅੱਜ ਪੰਜਾਬ ਗੁਰਬਤ 'ਚ ਹੈ, ਪੰਜਾਬ ਦਾ ਕਿਸਾਨ ਗੁਰਬਤ 'ਚ ਹੈ, ਪੰਜਾਬੀ ਗੁਰਬਤ 'ਚ ਹੈ। ਇਹਨਾਂ ਨੇ 70 ਸਾਲ 'ਚ ਸਾਨੂੰ ਉਸ ਗਰੀਬੀ 'ਚ ਧੱਕਿਆ। ਸਾਡੀਆਂ ਜ਼ਮੀਨਾਂ ਖੋਈਆਂ ਪਹਿਲਾਂ 56 'ਚ ਲੈਂਡ ਸੀਲਿੰਗ ਐਕਟ 'ਚ। ਇਹਨਾਂ ਨੇ ਤੁਹਾਡੀ ਆਪ ਦਾ ਤੁਸੀਂ ਜ਼ਮੀਨ ਖਰੀਦਣੀ ਹੋਵੇ, ਅੱਜ ਤੁਹਾਡੇ ਪਿੰਡ 'ਚੋਂ ਬੰਦਾ ਉੱਠ ਕੇ ਅਮਰੀਕਾ ਚਲਾ ਜੇ, ਉੱਥੇ ਕਮਾਈ ਕਰ ਲੇ, ਤੁਹਾਡੇ ਪਿੰਡ ਦਾ ਬੱਚਾ ਵਾਪਸ ਆ ਕੇ ਤੁਹਾਡੇ ਪਿੰਡ ਦੀ ਜ਼ਮੀਨ ਨਹੀਂ ਖਰੀਦ ਸਕਦਾ। ਆਹ ਕਾਨੂੰਨ ਬਣਾਏ। ਇੱਥੇ ਇਨਵੈਸਟਮੈਂਟ ਕਿੱਥੋਂ ਆਉਣੀ ਹੈ? ਅਸੀਂ ਤਾਂ ਬੋਲਦੇ ਆ ਕਿਉਂਕਿ ਸਾਡਾ ਦਿਲ ਰੋਂਦਾ ਹੈ। ਛੱਡੋ ਇਸ ਗੱਲ ਜੇ ਨੂੰ। ਜੇ ਸਰ ਹੁਣ ਵੀ ਛੱਡੋ ਕੋਈ ਇਸ ਗੱਲ ਨੂੰ। ਸੁਣਵਾਈ ਨਹੀਂ ਹੁੰਦੀ, ਕੋਈ ਸਰਕਾਰ ਨਹੀਂ ਸੁਣਦੀ, ਅਸੀਂ ਤਾਂ ਦੇਖੋ 4 ਕੇਸ ਕਰਨ ਲੱਗੇ ਆ, ਅਸੀਂ ਕੰਟੈਂਪਟ ਫਾਈਲ ਕਰਨ ਲੱਗੇ ਆ, ਅਸੀਂ ਡਿਫਰਮੇਸ਼ਨ ਫਾਈਲ ਕਰਨ ਲੱਗੇ ਆ, ਸਭ ਕੁਝ ਕਰਾਂਗੇ। ਠੀਕ ਹੈ। ਅਸੀਂ ਇਹਨੂੰ ਲੌਜੀਕਲ ਕੰਕਲੂਜਨ ਤੇ ਲਿਜਾਵਾਂਗੇ, ਔਰ ਚਾਹੇ ਸਾਲ ਲੱਗੇ ਚਾਹੇ 2 ਸਾਲ ਲੱਗੇ। ਇੱਕ ਤੁਸੀਂ ਠੀਕ ਹੈ। ਸਰ ਜ਼ਿਆਦਾ ਜੇ ਤਾਂ ਇਹ ਪਬਲਿਕਲੀ ਮੰਨਣਗੇ ਵੀ ਅਸੀਂ ਗਲਤ ਕੀਤਾ, ਠੀਕ ਹੈ, ਨਹੀਂ ਤਾਂ ਜੇਲ੍ਹ ਜਾਣਗੇ। ਇੱਕ ਤੁਸੀਂ ਪੱਤਰਕਾਰ ਨੂੰ ਟੋਕਿਆ ਉਸ ਸਵਾਲ ਦਾ, ਉਹ ਸਵਾਲ ਜੀ ਲੋਕਾਂ ਦਾ ਹੀ, ਚਾਹੇ ਮੈਂ ਚਲੋ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਹੀ ਕਹਿ ਲਓ ਵੀ ਉਹ ਲਗਾਤਾਰ ਇਹੀ ਕਹਿ ਰਹੇ ਨੇ ਵੀ ਮਾਨ ਸਾਹਿਬ ਕਹਿੰਦੇ ਰਹੇ ਆ ਵੀ ਅਸੀਂ ਮੈਂ ਸੰਵਿਧਾਨ ਨੂੰ ਜਾਂ ਕਾਨੂੰਨ ਨੂੰ ਨਹੀਂ ਮੰਨਦਾ। There is a difference, ਇੱਕ ਮਿੰਟ। ਹਾਂਜੀ। There is a difference। ਉੱਥੇ ਕੀ difference ਹਾਂਜੀ। ਜਿਹੜੇ ਲਾਜ਼ ਨੇ, ਹਾਂਜੀ। ਤੁਹਾਨੂੰ ਪਤਾ ਹੈ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਕਦ ਬਣਿਆ? ਇਹ ਅੰਗਰੇਜ਼ ਦੇ ਵੇਲੇ ਦਾ। There is a difference between being a constitutionalist, constitution ਹੁੰਦਾ ਜਿਹੜਾ ਲਾਅ ਨੂੰ ਮੰਨੇ, ਕਾਨੂੰਨ ਨੂੰ ਮੰਨੇ। ਸੰਵਿਧਾਨ ਦਾ ਉਹ ਕਿਹੜਾ ਪਾਰਟ ਨਹੀਂ ਮੰਨਦੇ? ਉਹ ਕੋਈ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ, ਪਾਸਪੋਰਟ ਐਕਟ, ਜਿਹੜੇ ਇੰਟਰਨੈਸ਼ਨਲ ਲਾਅ ਨੇ। ਹੁਣ ਟੀਪੀਏ ਹਿੰਦੁਸਤਾਨ ਨੇ ਬਣਾਇਆ, ਟੀਪੀਏ ਅੰਗਰੇਜ਼ ਨੇ ਬਣਾਇਆ। ਉਹੀ ਟੀਪੀਏ ਇੰਗਲੈਂਡ 'ਚ ਹੈ, ਉਹੀ ਟੀਪੀਏ ਇੱਥੇ। ਮਤਲਬ ਜਿਹੜੇ ਇੱਧਰ ਬਣੇ ਹੋਏ ਆ ਉਹਨਾਂ ਉਹ ਨੂੰ ਸਾਰੇ ਅੰਗਰੇਜ਼ ਦੇ ਨੇ। ਤੁਹਾਡਾ ਸਿਵਲ ਪ੍ਰੋਸੀਜਰ ਕੋਡ ਜਿਨ੍ਹਾਂ ਨਾਲ ਕੋਰਟਾਂ ਚੱਲਦੀਆਂ ਨੇ, ਤੁਹਾਡਾ ਕ੍ਰਿਮੀਨਲ ਪ੍ਰੋਸੀਜਰ ਕੋਡ ਐਸੈਂਸ਼ਲੀ ਕਿਹਨੇ ਬਣਾਇਆ? ਅੰਗਰੇਜ਼ ਨੇ ਬਣਾਇਆ। ਤੁਹਾਡਾ ਆਰਮਸ ਐਕਟ 1861 ਦਾ ਬਣਾਇਆ। ਆਪਾਂ ਗੱਲਾਂ ਕੀ ਕਰਦੇ? ਮੈਂ ਤਾਂ ਟੁੱਟਿਆ। ਦੇਖੋ ਸਰ, ਪਹਿਲਾਂ ਵੀ ਸਰ ਇਸ ਹਲਕੇ ਵਿੱਚ ਨਾ ਲੋਕਾਂ ਵੱਲੋਂ, ਜ਼ਮੀਨਦਾਰਾਂ ਵੱਲੋਂ ਇੱਥੇ ਪ੍ਰੈਸ ਕਾਨਫਰੰਸਾਂ ਕਰੀਆਂ ਗਈਆਂ ਹੈ, ਖਬਰਾਂ ਵੀ ਲਗਾਈਆਂ ਗਈਆਂ। ਉਸ ਸਮੇਂ ਤਾਂ ਤੁਹਾਡੀ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਉੱਥੇ ਜਾ ਨਹੀਂ, ਸਾਡੇ ਬਾਅਦ ਦੇ ਨੁਮਾਇੰਦੇ ਆਏ ਨੇ, ਮੈਂ ਤੁਹਾਨੂੰ ਬੜਾ ਲੋਕਾਂ ਦਾ ਵੀ ਦੱਸਦਾ, ਉਹ ਸਾਨੂੰ ਲੈਂਦੇ ਨੇ ਲਾਈਟਲੀ। ਉਹ ਅੱਜ ਵੀ ਸ਼ਾਇਦ ਮਨੀਸ਼ ਤਿਵਾੜੀ ਆਇਆ ਸੀ, ਮੈਨੂੰ ਪਤਾ ਲੱਗਿਆ ਹੈ ਆਉਣਾ ਹੈ। ਉਹ ਮਨੀਸ਼ ਤਿਵਾੜੀਆਂ ਕੋਲ ਜਾਣਗੇ ਜਿਹੜੇ ਕਦੀ ਹਲਕੇ 'ਚ ਨਹੀਂ ਆਏ। ਉਹ ਜਿਹੜੇ ਵੱਡੇ ਇਹ ਲੋਕ ਨੇ, ਪਾਰਟੀਆਂ ਨੇ, ਨੈਸ਼ਨਲ ਪਾਰਟੀਆਂ ਸੋਚਦੀਆਂ ਉਹ ਸਮਾਧਾਨ ਕਰਦੀਆਂ। ਉਹਨਾਂ ਨੇ ਕਿਸੇ ਨੇ ਆਵਾਜ਼ ਨਹੀਂ ਚੁੱਕਣੀ ਹੈ। ਪੰਜਾਬ ਦੀ, ਪੰਜਾਬੀਆਂ ਦੀ, ਕੌਮ ਦੀ ਆਵਾਜ਼ ਚੁੱਕੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਥੈਂਕ ਯੂ। ਸਾਡਾ ਕੋਈ ਮੈਂਬਰ ਹੀ ਨਹੀਂ ਸੀਗਾ, ਨਾ ਵਿਧਾਨ ਸਭਾ 'ਚ ਤੇ ਨਾ ਉਹਦੇ 'ਚ। ਹੁਣ ਸਾਡਾ ਹੈਗਾ ਪਾਰਲੀਮੈਂਟ 'ਚ ਮੈਂਬਰ, ਕੱਲ ਚੁੱਕਣ ਨਾਲ।